दोस्तों ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੇ ਵਧੀਆ ਹੋਣ ਵਾਲੀ ਹੈ। ਵੈਸੇ ਤਾਂ ਮੈਂ ਹਰ ਕਿਸੇ ਲਈ ਬਣਾਈ ਹੈ ਵੀਡੀਓ, ਪਰ ਇਹ ਖਾਸ ਤੌਰ ਤੇ ਉਹਨਾਂ ਦੇ ਲਈ ਜ਼ਿਆਦਾ ਇੰਪੋਰਟੈਂਟ ਤੇ ਜ਼ਿਆਦਾ ਕਾਰਾਮਦ ਸਾਬਤ ਹੋਏਗੀ ਜਿਨ੍ਹਾਂ ਦੇ ਦਿਲ ਵਿੱਚ ਤੇ ਦਿਮਾਗ ਵਿੱਚ ਭਾਂਬੜ ਮਚੀ ਹੈ, ਅੱਗ ਮਚੀ ਹੋਈ ਹੈ ਕਾਮਯਾਬੀ ਨੂੰ ਲੈ ਕੇ। ਤੇ ਇਹ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਵੇਖਿਆ ਜੇ। ਇਹਦੇ ਵਿੱਚ ਮੈਂ 4 ਅਹਿਮ ਟਿਪਸ ਤੇ ਟ੍ਰਿਕ ਸ਼ੇਅਰ ਕਰਾਂਗਾ ਜਿਹਨੂੰ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਲਈ ਜਾਂਦੇ ਜੇ, ਫੋਲੋ ਕਰਦੇ ਜੇ, ਇੰਪਲੀਮੈਂਟ ਕਰਦੇ ਜੇ, ਤੇ ਮੈਂ ਗਰੰਟੀ ਨਾਲ ਕਹਿਣਾ ਕਿ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਆਪਣੇ ਆਪ ਨੂੰ ਇੱਕ ਕਾਮਯਾਬ ਇਨਸਾਨ ਬਣਦਾ ਵੇਖੋਗੇ। ਸਿਰਫ ਤੁਹਾਡਾ ਕੰਮ ਹੈ ਉਸ ਚੀਜ਼ਾਂ ਨੂੰ, ਉਹ ਜਿਹੜੇ ਮੈਂ ਤਰੀਕੇ ਦੱਸਾਂਗਾ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ। ਉਹ ਕਿੱਦਾਂ ਲੈ ਕੇ ਆਉਣਾ ਉਹ ਤੁਹਾਡੀ ਸਿਰ ਦਰਦ ਹੈ। ਬਾਕੀ ਤਰੀਕਾਕਾਰ ਸਾਰਾ ਮੈਂ ਤੁਹਾਨੂੰ ਅੱਗੇ ਚੱਲ ਕੇ ਸਮਝਾਉਣਾ ਵਾ ਕਿ ਉਹ ਕਿੱਦਾਂ ਕਰਨੇ ਨੇ। ਬਾਕੀ ਦਾ ਕੰਮ ਤੁਹਾਡੇ ਤੇ ਆ ਕਿ ਤੁਸੀਂ ਕਾਮਯਾਬੀ ਨੂੰ ਲੈ ਕੇ ਕਿੰਨਾ ਕੁ ਮੋਟੀਵੇਟ ਜੇ। ਤੁਹਾਡੇ ਅੰਦਰ ਜਿੰਨਾ ਭਾਂਬੜ ਮਿਚਿਆ ਹੋਏਗਾ ਨਾ, ਓਨੀ ਤੁਹਾਡੀ ਕਾਮਯਾਬੀ ਦੇ ਚਾਂਸਿਸ ਵਧਣਗੇ। ਇਹਦੀ ਮਿਸਾਲ ਇਦਾਂ ਹੀ ਹੈ ਜਿੱਦਾਂ ਮਕਨਾਤੀਸ ਨੂੰ ਖਿੱਚਦਾ, ਇਦਾਂ ਹੀ ਕਾਮਯਾਬੀਆਂ ਨੂੰ ਖਿੱਚਦੀ ਹੈ। ਜੇ ਤੁਹਾਡੇ ਦਿਲ ਵਿੱਚ ਵਾਕਈ ਹੀ ਕਾਮਯਾਬੀ ਦਾ ਇੱਕ ਜੋਸ਼ ਹੈ, ਇੱਕ ਵਲਵਲਾ ਹੈ, ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਬਸ ਤੁਸੀਂ ਟੈਨਸ਼ਨ ਫਰੀ ਹੋ ਜਾਓ। ਤੁਹਾਡਾ ਹੀ ਇਹ ਦਿਨ, ਆਉਣ ਵਾਲਾ ਦੌਰ ਤੁਹਾਡੀ ਹੋਏਗਾ। ਚਲੋ ਫਿਰ ਬਿਨਾਂ ਟਾਈਮ ਜ਼ਾਇਆ ਕਰੀਏ ਵੇਖਦੇ ਹਾਂ ਕਿ ਉਹ ਕਿਹੜੇ ਪੁਆਇੰਟ ਨੇ। ਉਹਨਾਂ ਵਿੱਚ ਪੁਆਇੰਟ ਨੰਬਰ ਪਹਿਲਾ ਹੈ ਨਾ ਜਿਹੜਾ, ਉਹ ਹੈਗਾ ਹੈ ਜੀ ਬਿਲੀਵ, ਯਾਨੀ ਆਪਣੀ ਜ਼ਾਤ ਦੇ ਉੱਤੇ ਯਕੀਨ ਪੈਦਾ ਕਰ ਲਓ। ਉਸ ਤੋਂ ਬਾਅਦ ਉਸ ਚੀਜ਼ ਨੂੰ ਲੈ ਕੇ, ਉਸ ਕਾਮਯਾਬੀ ਨੂੰ ਜਾਂ ਜੋ ਵੀ ਤੁਹਾਡੇ ਦਿਲ ਵਿੱਚ ਖਾਹਿਸ਼ ਹੈ, ਉਸ ਚੀਜ਼ ਨੂੰ ਲੈ ਕੇ ਆਪਣੇ ਦਿਲ ਦੇ ਵਿੱਚ ਤੇ ਆਪਣੇ ਦਿਮਾਗ ਦੇ ਵਿੱਚ ਇੱਕ ਯਕੀਨ ਪੈਦਾ ਕਰੋ। ਕਿਉਂਕਿ ਅੱਲਾਹ ਤਾਲਾ ਨੇ ਜਿਹੜਾ ਆਪਣਾ ਦਿਮਾਗ ਹੈ ਨਾ, ਉਹ ਕੁਝ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਕਿ ਤੁਸੀਂ ਜੋ ਚੀਜ਼ ਸੋਚ ਸਕਦੇ ਹੋ ਨਾ ਆਪਣੇ ਦਿਮਾਗ ਦੇ ਵਿੱਚ, ਉਹ ਤੁਸੀਂ ਹਾਸਿਲ ਵੀ ਕਰ ਸਕਦੇ ਹੋ। ਜਿੱਦਾਂ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਜੇ ਨਾ, ਇੱਦਾਂ ਹੀ ਆਪਣੇ ਦਿਮਾਗ ਦੇ ਵਿੱਚ ਕਾਮਯਾਬੀਆਂ ਲੈ ਕੇ ਆਓ। ਕਿਉਂਕਿ ਇਨਸਾਨ ਦੀ ਜੈਸੀ ਸੋਚ ਹੁੰਦੀ ਹੈ ਨਾ, ਉਹਦੇ ਇਰਦ ਗਿਰਦ ਮਾਹੌਲ ਵੀ ਵੈਸਾ ਹੀ ਬਣਨਾ ਸ਼ੁਰੂ ਹੋ ਜਾਂਦਾ। ਕਾਮਯਾਬ ਲੋਕਾਂ ਦੇ ਇਰਦ ਗਿਰਦ ਕਾਮਯਾਬ ਲੋਕ ਹੁੰਦੇ ਨੇ, ਤੇ ਨਾਕਾਮ ਲੋਕਾਂ ਦੇ ਇਰਦ ਗਿਰਦ ਨਾਕਾਮ ਲੋਕਾਂ ਦਾ ਟੋਲਾ ਹੁੰਦਾ ਹੈ। ਆਪਣੇ ਦਿਮਾਗ ਦਾ ਜਿਹੜਾ ਐਲਗੋਰਿਦਮ ਹੈ ਨਾ, ਉਹ ਇਸੇ ਤਰੀਕੇ ਨਾਲ ਕੰਮ ਕਰਦਾ ਹੈ। ਤੁਸੀਂ ਲਾਈਵ ਆਪਣੀ ਫੇਸਬੁੱਕ ਦੀ ਐਗਜ਼ਾਮਪਲ ਲੈ ਸਕਦੇ ਹੋ ਕਿ ਜਿੱਦਾਂ ਇੱਕ ਬੰਦਾ ਆਪਣੇ ਸਕਰੀਨ ਦੇ ਉੱਤੇ ਸਕਰੋਲ ਕਰਦਾ ਹੋਇਆ ਵੀਡੀਓਜ਼ ਜਾਂ ਤਸਵੀਰਾਂ ਵਗੈਰਾ ਵੇਖਦਾ, ਤੇ ਫੇਸਬੁੱਕ ਦਾ ਜਿਹੜਾ ਐਲਗੋਰਿਦਮ ਹੈ ਉਹ ਇਸ ਤਰੀਕੇ ਨਾਲ ਕੰਮ ਕਰਦਾ ਕਿ ਤੁਸੀਂ ਜਿਸ ਚੀਜ਼ਾਂ ਨੂੰ ਜ਼ਿਆਦਾ ਲਾਈਕ ਕਰਦੇ ਹੋ ਨਾ, ਜਾਂ ਜਿਸ ਵੀਡੀਓਜ਼ ਜਾਂ ਤਸਵੀਰਾਂ ਨੂੰ ਲਾਈਕ ਕਰਦੇ ਹੋ, ਉਹ ਜਿਹੜਾ ਫੇਸਬੁੱਕ ਹੈ ਨਾ, ਉਹ ਉਸੇ ਤਰੀਕੇ ਦਾ ਕੰਟੈਂਟ, ਉਸੇ ਤਰੀਕਾਂ ਦੀ ਵੀਡੀਓਜ਼ ਤੁਹਾਡੀ ਸਕਰੀਨ ਤੇ ਲਿਆਉਣਾ ਸ਼ੁਰੂ ਕਰ ਦੇਗਾ। ਇੱਦਾਂ ਹੀ ਆਪਣੇ ਦਿਮਾਗ ਦਾ ਹਿਸਾਬ ਹੈ। ਤੁਸੀਂ ਜੋ ਚੀਜ਼ ਜ਼ਿਆਦਾ ਆਪਣੇ ਦਿਲੋਂ ਦਿਮਾਗ ਵਿੱਚ ਸੋਚਦੇ ਹੋ ਨਾ, ਉੱਦਾਂ ਦੇ ਹੀ ਤੁਹਾਡੇ ਆਸੇ-ਪਾਸੇ ਮਾਹੌਲ ਬਣਨਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਇਹ ਸਾਰਾ ਆਪਣੇ ਦਿਮਾਗ ਦਾ ਖੇਲ ਹੈ। ਜਿੱਦਾਂ ਦਾ ਤੁਸੀਂ ਸੋਚੋਗੇ ਉੱਦਾਂ ਦਾ ਹੀ ਤੁਸੀਂ ਬਣਨਾ ਸ਼ੁਰੂ ਹੋ ਜਾਓਗੇ, ਉੱਦਾਂ ਦਾ ਹੀ ਤੁਹਾਡਾ ਫਿਊਚਰ ਹੈ। ਇਹਦੇ ਨਾਲ ਹੀ ਪੁਆਇੰਟ ਨੰਬਰ 2 ਕਨੀ ਜਾਂਦੇ ਆ, ਉਹ ਹੈਗਾ ਹੈ ਜੀ ਡਿਸਿਪਲਨ। ਯਾਨੀ ਕਿ ਕਾਮਯਾਬ ਲੋਕਾਂ ਦੀ ਤੁਸੀਂ ਕਿਤਾਬਾਂ ਚੱਕ ਕੇ ਵੇਖ ਲਓ, ਤੁਸੀਂ ਹਿਸਟਰੀ ਚੱਕ ਕੇ ਵੇਖ ਲਓ, ਉਹਨਾਂ ਦੇ ਵਿੱਚ ਨਾ ਡਿਸਿਪਲਨ ਬੜਾ ਹੈ। ਉਹ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਚੀਜ਼ ਦਾ ਪਲਾਨ ਬਣਾਉਂਦੇ ਨੇ, ਚਾਹੇ ਉਹ ਛੋਟਾ ਜਿਹਾ ਕੰਮ ਹੋ, ਚਾਹੇ ਉਹ ਵੱਡਾ ਕੰਮ ਹੋ, ਕੋਈ ਵੀ ਹੋ, ਉਹ ਸਾਰਿਆਂ ਤੋਂ ਪਹਿਲਾਂ ਉਹਦਾ ਪਲਾਨ ਕਰਦੇ ਨੇ, ਫਿਰ ਉਸ ਕੰਮ ਨੂੰ ਇੱਕ ਡਿਸਿਪਲਨ ਦੇ ਤਹਿਤ ਕਰਦੇ ਨੇ। ਕਿਉਂਕਿ ਇਹ ਕੁਦਰਤ ਦਾ ਅਸੂਲ ਹੈ। ਜਿੱਦਾਂ ਸੂਰਜ ਹੈ ਨਾ, ਇਹ ਆਪਣੇ ਨਜ਼ਮੋ ਜ਼ਬਤ ਦੇ ਨਾਲ ਕੰਮ ਕਰ ਰਿਹਾ, ਇਸ ਕਰਕੇ ਇਹ ਇਨਸਾਨਾਂ ਦੇ ਵਿੱਚ ਵੀ ਹੋਣਾ ਲਾਜ਼ਮੀ ਹੈ। ਕਾਮਯਾਬ ਲੋਕੀ ਹਰ ਕੰਮ ਡਿਸਿਪਲਨ ਦੇ ਤਹਿਤ ਕਰਦੇ ਨੇ। ਆਪਣਾ ਉੱਠਣਾ, ਬੈਠਣਾ, ਜਾਗਣਾ, ਸੋਣਾ, ਕੰਮ ਕਰਨਾ, ਹਰ ਚੀਜ਼, ਇਸ ਕਰਕੇ ਆਪਣੇ ਅੰਦਰ ਡਿਸਿਪਲਨ, ਨਜ਼ਮੋ ਜ਼ਬਤ ਲੈ ਕੇ ਆਓ। ਪੁਆਇੰਟ ਨੰਬਰ 3 ਹੈ ਜੀ ਮੁਸਤਕਲ ਮਿਜ਼ਾਜੀ, ਯਾਨੀ ਕੰਸਿਸਟੈਂਸੀ, ਇੱਕ ਕੰਮ ਲਗਾਤਾਰ ਕਰਨਾ। ਯਾਨੀ ਕੋਈ ਵੀ ਕੰਮ ਹੋਵੇ, ਜਿੱਦਾਂ ਤੁਸੀਂ ਕਾਮਯਾਬੀ ਨੂੰ ਲੈ ਕੇ ਯਕੀਨ ਪੈਦਾ ਕਰ ਲਿਆ, ਫਿਰ ਡਿਸਿਪਲਨ ਲਈਏ ਆਪਣੀ ਜ਼ਿੰਦਗੀ ਦੇ ਵਿੱਚ, ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਮੁਸਤਕਲ ਮਿਜ਼ਾਜੀ ਦੇ ਨਾਲ ਉਸ ਕੰਮ ਨੂੰ ਹਰ ਰੋਜ਼ ਕਰਨਾ ਹੈ। ਤੁਸੀਂ ਆਪਣੇ ਆਪ ਨਾਲ ਵਾਅਦਾ ਕਰਨਾ ਹੈ, ਕਮਿਟਮੈਂਟ ਕਰਨਾ ਹੈ ਉਸ ਚੀਜ਼ ਨੂੰ ਲੈ ਕੇ। ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਨਾਲ ਕਹਾਣੀਆਂ ਨਹੀਂ ਪਾਣੀਆਂ। ਜਿੱਦਾਂ ਤੁਸੀਂ ਲੋਕਾਂ ਨੂੰ ਕਹਾਣੀਆਂ ਪਾ ਦਿੰਦੇ ਜੇ ਨਾ, ਇੱਦਾਂ ਆਪਣੇ ਆਪ ਨੂੰ ਕਹਾਣੀਆਂ ਨਹੀਂ ਪਾਣੀਆਂ। ਕਿਉਂਕਿ ਇਹ ਜਿਹੜਾ ਦਿਮਾਗ ਹੈ ਨਾ, ਇਹ ਲੋਕਾਂ ਨੂੰ ਤਾਂ ਤੁਸੀਂ ਪਾਗਲ ਬਣਾ ਸਕਦੇ ਜੇ, ਪਰ ਇਹਨੂੰ ਪਾਗਲ ਕਦੇ ਨਹੀਂ ਬਣਾ ਸਕਦੇ। ਕਿਉਂਕਿ ਇਹ ਹਰ ਚੀਜ਼ ਵੇਖਦਾ ਵੀ ਪਿਆ, ਸੁਣਦਾ ਵੀ ਪਿਆ, ਤੇ ਮਹਿਸੂਸ ਵੀ ਕਰ ਰਿਹਾ ਚੀਜ਼ਾਂ ਨੂੰ। ਇਸ ਕਰਕੇ ਆਪਣੇ ਆਪ ਨੂੰ ਕਦੇ ਵੀ ਪਾਗਲ ਨਾ ਬਣਾਇਆ ਜੀ। ਕਿਉਂਕਿ ਇਹਨੂੰ ਜੇ ਪਾਗਲ ਬਣਾਤਾ ਨਾ ਤੁਸੀਂ, ਇਹ ਫਿਰ ਤੁਹਾਨੂੰ ਐਸਾ ਪਾਗਲ ਬਣਾਏਗਾ ਤੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਮੇਰੇ ਨਾਲ ਬਣ ਕੀ ਰਿਹਾ। ਇਸ ਕਰਕੇ ਮੁਸਤਕਲ ਮਿਜ਼ਾਜੀ ਜਿਹੜੀ ਹੈ ਨਾ, ਉਹ ਬੜੀ ਇੰਪੋਰਟੈਂਟ ਹੈ ਕਾਮਯਾਬ ਲੋਕਾਂ ਲਈ। ਤੁਸੀਂ ਕੋਈ ਵੀ ਚੀਜ਼ ਲੈ ਕੇ ਉਹਨੂੰ ਪਲਾਨ ਕਰ ਲਿਆ, ਫਿਰ ਉਸ ਤੋਂ ਬਾਅਦ ਹਰ ਰੋਜ਼ ਤੁਸੀਂ ਸਿਰਫ ਔਰ ਸਿਰਫ 1% ਉਹਦੇ 'ਤੇ ਕੰਮ ਕਰਨਾ ਹੈ। ਇਹਦੇ ਨਾਲ ਹੀ ਆਖਰੀ ਤੇ ਅਹਿਮ ਪੁਆਇੰਟ ਵੱਲ ਚੱਲਦੇ ਹਾਂ, ਉਹ ਹੈਗਾ ਹੈ ਜੀ ਫੇਥਫੁਲ। ਜਿੱਦਾਂ ਹੁਣੇ ਮੈਂ ਗੱਲ ਕਰੀ ਕਿ ਆਪਣੇ ਆਪ ਨੂੰ ਕਦੇ ਪਾਗਲ ਨਾ ਬਣਾਇਆ ਜੇ,
ਇਦਾਂ ਹੀ ਆਪਣੇ ਆਪ ਤੇ ਯਕੀਨ ਕਰੋ ਤੇ ਉਸ ਤੋਂ ਬਾਅਦ ਆਪਣੇ ਆਪ ਨਾਲ ਵਫਾਦਾਰ ਬਣ ਜਾਓ। ਉਸ ਚੀਜ਼ ਨੂੰ ਲੈ ਕੇ ਵੀ ਤੇ ਇਹ ਜਿੰਨੇ ਵੀ 3 ਪੁਆਇੰਟ ਹੁਣੇ ਡਿਸਕਸ ਕਰੇ ਨੇ ਉਹਨਾਂ ਦਾ ਹੀ ਨਿਚੋੜ ਹੈ ਕਿ ਤੁਸੀਂ ਆਪਣੇ ਆਪ ਨਾਲ ਕਿੰਨੇ ਵਫਾਦਾਰ ਜੇ। ਤੁਹਾਡੇ ਅੰਦਰ ਜਿਹੜਾ ਭਾਂਬੜ ਮਚਿਆ ਕਿ ਉਹ ਕਿੰਨਾ ਕੁ ਖਰਾ ਤੇ ਸੱਚਾ ਭਾਂਬੜ ਹੈ। ਕਿਉਂਕਿ ਕਈ ਲੋਕੀ ਸ਼ੁਰੂ ਦੇ ਵਿੱਚ ਮੋਟੀਵੇਟ ਹੋ ਜਾਂਦੇ ਨੇ ਲੋਕਾਂ ਨੂੰ ਵੇਖ ਕੇ, ਜਾਂ ਇੱਕੋ ਦਮ ਅੰਦਰੋਂ ਜੋਸ਼ ਆਉਂਦਾ ਕਿ ਮੈਂ ਇਹ ਕੰਮ ਕਰਨਾ, ਫਿਰ ਉਹ 5-6 ਦਿਨ ਜਾਂ ਹਫ਼ਤਾ ਜਾਂ ਜ਼ਿਆਦਾ ਮਹੀਨਾ ਕੁ ਕਰਨਗੇ, ਉਸ ਤੋਂ ਬਾਅਦ ਦਿਲ ਬਰਦਾਸ਼ਤ ਹੋ ਕੇ ਛੱਡ ਦੇਣਗੇ। ਪਰ ਤੁਸੀਂ ਇਹ ਨਹੀਂ ਕਰਨਾ, ਕਿਉਂਕਿ ਕਾਮਯਾਬ ਲੋਕ ਉਹਨੂੰ ਤੋੜ ਤੱਕ ਕਰਦੇ ਨੇ। ਕਿਉਂਕਿ ਪਹਿਲਾਂ ਤਾਂ ਉਹ ਹਰ ਚੀਜ਼ ਦਾ ਪਲਾਨ ਕਰਦੇ ਨੇ, ਉਹਦਾ ਨਫਾ ਨੁਕਸਾਨ ਵੇਖਦੇ ਨੇ, ਉਸ ਤੋਂ ਬਾਅਦ ਜਾ ਕੇ ਉਹ ਡਿਸਾਈਡ ਕਰਦੇ ਨੇ, ਫੈਸਲਾ ਲੈਂਦੇ ਨੇ ਕਿ ਹਾਂ ਹੁਣ ਮੈਂ ਇਹ ਕੰਮ ਕਰਾਂਗਾ, ਤੇ ਉਹ ਆਪਣੇ ਆਪ ਨਾਲ ਵਫਾਦਾਰ ਹੋ ਜਾਂਦੇ ਨੇ। ਉਹ ਫਿਰ ਆਪਣੇ ਆਪ ਨੂੰ ਇਹ ਨਹੀਂ ਕਹਿੰਦੇ ਕਿ ਮੈਂ ਯਾਰ ਅੱਜ ਨਹੀਂ ਕਰਨਾ, ਕੱਲ੍ਹ ਨਹੀਂ ਕਰਨਾ, ਬਲਕਿ ਉਹ ਹਰ ਰੋਜ਼ ਕਰਦੇ ਨੇ। ਕਿਉਂਕਿ ਇੱਕ ਕੰਮ ਨੂੰ ਜੇ ਤੁਸੀਂ 40 ਦਿਨ ਕਰ ਲਓ ਨਾ, ਤੇ 41ਵੇਂ ਦਿਨ ਤੁਹਾਡਾ ਆਪ ਦਿਲ ਕਰੇਗਾ ਕਿ ਯਾਰ ਮੈਂ ਉਹ ਕੰਮ ਕਰ ਰਿਹਾ ਸੀ ਤੇ ਉਹ ਥੋੜ੍ਹਾ ਜਿਹਾ ਕਰ ਲੈਂਦੇ ਹਾਂ। ਜਿੱਦਾਂ ਤੁਸੀਂ ਕੋਈ ਕਿਤਾਬ ਵਗੈਰਾ ਪੜ੍ਹਨਾ ਚਾਹੁੰਦੇ ਜੇ, ਹਰ ਰੋਜ਼ ਸਿਰਫ ਤੁਸੀਂ ਇੱਕ ਸਫ਼ਾ ਪੜ੍ਹਨਾ ਹੈ। ਲਾਜ਼ਮੀ ਨਹੀਂ ਕਿ ਤੁਸੀਂ ਇੱਕ ਹੀ ਦਿਨ ਅੱਧੀ ਕਿਤਾਬ ਪੜ੍ਹ ਲੈਣੀ ਹੈ, ਨਹੀਂ। ਇੱਦਾਂ ਤੁਸੀਂ ਕਰੋਗੇ ਵਾਕਈ ਹੀ ਤੁਹਾਡਾ ਦਿਮਾਗ ਪਜ਼ਲ ਹੋ ਜਾਏਗਾ, ਤੁਸੀਂ ਉਕਤਾਹਟ ਦਾ ਸ਼ਿਕਾਰ ਹੋ ਜਾਓਗੇ। ਤੁਸੀਂ ਅਗਲੇ ਦਿਨ ਕਿਤਾਬ ਨੂੰ ਹੱਥ ਹੀ ਨਹੀਂ ਲਾਉਣਾ। ਇਸ ਕਰਕੇ ਇੰਨਾ ਆਪਣੇ ਆਪ ਤੇ ਬੋਝ ਨਾ ਪਾਓ। ਸਿਰਫ ਔਰ ਸਿਰਫ ਮੈਂ ਕਿਹਾ 1% ਤਬਦੀਲੀਆਂ ਲਿਆਉਣਾ ਸ਼ੁਰੂ ਕਰ ਦਿਓ ਆਪਣੀ ਜ਼ਿੰਦਗੀ ਦੇ ਵਿੱਚ। ਤੇ ਜਿਹੜੇ ਹੁਣੇ ਮੈਂ ਤੁਹਾਡੇ ਨਾਲ 4 ਪੁਆਇੰਟ ਸ਼ੇਅਰ ਕੀਤੇ ਨੇ, ਟ੍ਰਿਕ ਸਮਝ ਲਓ, ਤੁਸੀਂ ਟਿਪਸ ਸਮਝ ਲਓ, ਤੇ ਇਹਨਾਂ ਤੇ ਅੱਜ ਤੋਂ ਹੀ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿਓ। ਅੱਜ ਤੋਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਲਿਆਉਣਾ ਸ਼ੁਰੂ ਕਰ ਦਿਓ। ਹਰ ਰੋਜ਼ ਥੋੜ੍ਹੀ ਤਬਦੀਲੀ ਲਿਆਓ ਤੇ ਆਪਣਾ ਜਿਹੜਾ ਵਕਤ ਹੈ ਨਾ, ਉਹਨੂੰ ਨਾ ਕਿਸੇ ਪ੍ਰੋਡਕਟਿਵ ਅਹਿਮ ਕੰਮਾਂ ਦੇ ਵਿੱਚ ਲੈ ਕੇ ਆਓ। ਕੁਝ ਨਵੀਂ ਸਕਿੱਲ ਸਿੱਖੋ, ਕਿਉਂਕਿ ਆਉਣ ਵਾਲਾ ਦੌਰ ਤੁਸੀਂ ਇੰਝ ਕਹਿ ਲਓ ਕਿ IT ਦਾ ਦੌਰ ਹੈ, ਟੈਕਨੋਲੋਜੀ ਦਾ ਦੌਰ ਹੈ। ਇੰਟਰਨੈਟ ਨੇ ਸਾਡੀ ਜ਼ਿੰਦਗੀ ਆਸਾਨ ਵੀ ਕਰਤੀ ਹੈ, ਫਾਸਟ ਵੀ ਕਰਤੀ ਹੈ, ਤੇ ਇੱਦਾਂ ਹੀ ਆਉਣ ਵਾਲਾ ਦੌਰ ਜਦੀਦ ਹੋਣ ਵਾਲਾ, ਹੋਰ ਫਾਸਟ ਹੋ ਜਾਏਗਾ। ਦੋਸਤੋ ਇੱਕ ਚੀਜ਼ ਹੋਰ ਐਡ ਕਰ ਲਓ ਕਿ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪੂਰੇ ਦਿਨ ਦਾ ਹਿਸਾਬ ਕਿਤਾਬ ਲਾਓ। ਆਪਣਾ ਆਡਿਟ ਆਪ ਕਰੋ, ਤੁਸੀਂ ਆਪਣੇ ਆਪ ਦੇ ਮੁੰਸ਼ੀ ਤੁਸੀਂ ਆਪ ਬਣ ਜਾਓ। ਆਪਣੇ ਸਾਰੇ ਦਿਨ ਦਾ ਹਿਸਾਬ ਕਿਤਾਬ ਲਾਓ ਕਿ ਤੁਸੀਂ ਅੱਜ ਸਾਰਾ ਦਿਨ ਦੇ ਵਿੱਚ ਕੀ ਕੁਝ ਸਿੱਖਿਆ, ਕੀ ਕੁਝ ਜ਼ਾਇਆ ਕੀਤਾ, ਤੇ ਕਿਹੜੇ ਤੁਹਾਡੇ ਬੇਲੀ ਐਸੇ ਨੇ ਜਿਹੜਾ ਤੁਹਾਡਾ ਟਾਈਮ ਜ਼ਾਇਆ ਕਰ ਰਹੇ ਨੇ, ਜਿਹੜਾ ਤੁਹਾਡੀ ਹੈਲਪ ਕਰ ਰਹੇ ਨੇ। ਤੇ ਉੱਦਾਂ ਹੀ ਆਪਣੇ ਟਾਈਮ ਦਾ ਹਿਸਾਬ ਕਿਤਾਬ ਲਾਓ, ਫਿਰ ਪਲਾਨ ਕਰੋ ਕਿ ਕਿੱਦਾਂ ਤੁਸੀਂ ਟਾਈਮ ਨੂੰ ਸੇਵ ਕਰਨਾ ਹੈ, ਕੀ ਕੁਝ ਸਿੱਖਣ ਲਈ ਮੈਨੂੰ ਕਿਹੜਾ ਟਾਈਮ ਜ਼ਿਆਦਾ ਇੰਪੋਰਟੈਂਟ ਹੈ। ਜ਼ਿੰਦਗੀ ਵਿੱਚ ਫੋਕਸ ਯਾਨੀ ਤੁਹਾਡਾ ਧਿਆਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਸੀਂ ਚੀਜ਼ਾਂ ਨੂੰ ਲੈ ਕੇ ਕਿੰਨੇ ਧਿਆਨ ਨਾਲ, ਕਿੰਨੇ ਸ਼ੌਕ ਨਾਲ ਕਰ ਰਹੇ ਜੇ, ਕਿੰਨੇ ਜਜ਼ਬੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਜੇ। ਬੜਾ ਮਸ਼ਹੂਰ ਮਕੂਲਾ ਵੀ ਤੁਸੀਂ ਸੁਣਿਆ ਹੋਣਾ, ਜਹਾਂ ਚਾਹ ਵਹਾਂ ਰਾਹ। ਯਾਨੀ ਕਿ ਤੁਹਾਡੇ ਦਿਲ ਵਿੱਚ ਜੇ ਚਾਹ ਹੈ ਨਾ, ਤੇ ਉਹ ਫਿਰ ਤੁਹਾਨੂੰ ਰਸਤੇ ਆਪ ਹੀ ਲੱਭਣਗੇ। ਬਸ ਪਹਿਲਾ ਕਦਮ ਠਾਣ ਦੀ ਜ਼ਰੂਰਤ ਹੈ। ਉਹ ਜੇ ਤੁਸੀਂ ਚੱਕ ਲਿਆ, ਫਿਰ ਕੁਦਰਤ ਤੁਹਾਨੂੰ ਆਪ ਸਪੋਰਟ ਕਰਨਾ ਸ਼ੁਰੂ ਕਰ ਦੇਗੀ, ਤੁਹਾਨੂੰ ਆਪ ਰਸਤੇ ਨਜ਼ਰ ਆਉਣਾ ਸ਼ੁਰੂ ਹੋ ਜਾਣਗੇ। ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।